ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ। ਲਾਸਟ ਟੌਪਿਕ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਡਿਊਲ ਨੇਚਰ ਆਫ ਰੇਡੀਏਸ਼ਨ। ਯੂਨਿਟ 6 ਦੇ ਸੈਕੰਡ ਪਾਰਟ ਵੇਵ ਆਪਟਿਕਸ ਦੇ ਵਿੱਚ ਇੰਟਰਫੀਰੈਂਸ, ਡਾਈਫਰੈਕਸ਼ਨ ਤੇ ਪੋਲਰਾਈਜੇਸ਼ਨ ਤੇ ਜੋ ਫਿਨੋਮੀਨਾ ਨੂੰ ਅਸੀਂ ਡਿਸਕਸ ਕੀਤਾ ਸੀ ਉਹ ਵੇਵ ਨੇਚਰ ਨੂੰ ਸਟਰੋਂਗਲੀ ਇਸਟੈਬਲਿਸ਼ ਕਰਦੇ ਆ। ਤੇ ਇਸ ਚੈਪਟਰ ਦੇ ਫਸਟ ਪਾਰਟ ਦੇ ਵਿੱਚ ਜੋ ਅਸੀਂ ਫੋਟੋ ਇਲੈਕਟ੍ਰਿਕ ਇਫੈਕਟ ਨੂੰ ਐਕਸਪਲੇਨ ਕੀਤਾ ਹੈ ਉਹ ਪਾਰਟੀਕਲ ਨੇਚਰ ਤੇ ਬੇਸਡ ਐਕਸਪਲੇਨ ਕੀਤਾ ਹੈ ਕਿ ਲਾਈਟ ਦੀ ਜੋ ਪਾਰਟੀਕਲ ਨੇਚਰ ਹੈ, ਕੁਆਂਟਮ ਨੇਚਰ ਹੈ, ਜਿਸ ਨੂੰ ਅਸੀਂ ਫੋਟੋਨ ਕਿਹਾ ਹੈ। ਠੀਕ ਹੈ। ਤੇ ਇੱਕ ਹੋਰ ਫਿਨੋਮੀਨਾ ਦੀ ਅਸੀਂ ਗੱਲ ਕੀਤੀ ਸੀ ਕੌਂਪਟਨ ਇਫੈਕਟ, ਜੋ ਕਿ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਦੈਟ ਇਜ਼ ਆਲਸੋ ਐਕਸਪਲੇਨਡ ਔਨ ਦਾ ਬੇਸਿਸ ਆਫ ਪਾਰਟੀਕਲ ਨੇਚਰ। ਤਾਂ ਇਸ ਤਰੀਕੇ ਦੇ ਨਾਲ ਜੋ ਰੇਡੀਏਸ਼ਨ ਹੈ, ਜੋ ਲਾਈਟ ਹੈ, ਉਸ ਦੀ ਡਿਊਲ ਨੇਚਰ ਹੈ, ਡਬਲ ਨੇਚਰ ਹੈ ਕਿ ਉਹ ਵੇਵ ਦੀ ਤਰ੍ਹਾਂ ਵੀ ਬਿਹੇਵ ਕਰਦੀ ਹੈ ਤੇ ਪਾਰਟੀਕਲ ਦੀ ਤਰ੍ਹਾਂ ਵੀ ਬਿਹੇਵ ਕਰਦੀ ਹੈ। ਤਾਂ ਫਿਰ ਇੱਕ ਕੁਐਸਚਨ ਅਰਾਈਜ਼ ਹੋਇਆ ਕਿ ਜੇ ਰੇਡੀਏਸ਼ਨ ਦੀ ਡਿਊਲ ਨੇਚਰ ਹੈ ਕਿ ਰੇਡੀਏਸ਼ਨ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦੀ ਹੈ ਤਾਂ ਕਿ ਜੋ ਪਾਰਟੀਕਲਸ ਹੈ, ਇਲੈਕਟ੍ਰੋਨਸ ਹੈ, ਪ੍ਰੋਟੋਨਸ ਹੈ, ਕਿ ਉਹ ਵੀ ਵੇਵ ਦੀ ਤਰ੍ਹਾਂ ਬਿਹੇਵ ਕਰਦੇ ਆ। ਤੇ ਇੱਕ ਸਾਇੰਟਿਸਟ ਸੀ ਲੂਇਸ ਵਿਕਟਰ ਡੀ ਬਰੋਗਲੇ, ਜਿਸ ਨੂੰ ਡੀ ਬਰੋਗਲੇ ਨਹੀਂ ਡੀ ਬਰੋਏ ਪ੍ਰੋਨਾਊਂਸ ਕੀਤਾ ਜਾਂਦਾ ਹੈ। ਤਾਂ ਜੋ ਡੀ ਬਰੋਏ ਸੀ ਉਸਨੇ ਇੱਕ ਹਾਈਪੋਥਸਿਸ ਦਿੱਤਾ ਕਿ ਜੋ ਮੂਵਿੰਗ ਪਾਰਟੀਕਲਸ ਹੈ, ਜਿਸ ਤਰ੍ਹਾਂ ਇਲੈਕਟ੍ਰੋਨ ਹੈ, ਪ੍ਰੋਟੋਨ ਹੈ, ਉਹਨਾਂ ਦੇ ਨਾਲ ਵੀ ਇੱਕ ਵੇਵ ਐਸੋਸੀਏਟਡ ਹੁੰਦੀ ਹੈ। ਦੇ ਬਿਹੇਵਸ ਲਾਈਕ ਅ ਵੇਵ ਅੰਡਰ ਸੂਟੇਬਲ ਕੰਡੀਸ਼ਨਸ, ਕਿ ਉਹ ਕੁਛ ਕੰਡੀਸ਼ਨਸ ਦੇ ਵਿੱਚ ਉਹ ਵੇਵ ਦੀ ਤਰ੍ਹਾਂ ਬਿਹੇਵ ਕਰਦੇ ਆ। ਠੀਕ ਹੈ। ਇਸ ਦੇ ਪਿੱਛੇ ਉਸਨੇ ਲੌਜਿਕ ਕੀ ਦਿੱਤਾ ਸੀ ਕਿ ਹੀ ਰੀਜ਼ਨਡ ਦੈਟ ਨੇਚਰ ਵਾਜ਼ ਸਿਮੈਟ੍ਰੀਕਲ, ਕਿ ਨੇਚਰ ਲਵਜ਼ ਸਿਮੈਟਰੀ। ਫਿਜ਼ਿਕਸ ਦੇ ਵਿੱਚ ਇਹ ਲਾਈਨ ਬੜੀ ਵਾਰੀ ਆਉਂਦੀ ਹੈ ਕਿ ਬਹੁਤ ਸਾਰੀਆਂ ਜੋ ਡਿਸਕਵਰੀਜ਼ ਸੀ ਉਹ ਇਸ 'ਤੇ ਬੇਸਡ ਸੀ ਕਿ ਨੇਚਰ ਲਵ ਸਿਮੈਟਰੀ। ਤਾਂ ਡੀ ਬਰੋਗਲੇ ਨੇ ਵੀ ਇਹੀ ਰੀਜ਼ਨ ਦਿੱਤਾ ਕਿ ਨੇਚਰ ਵਾਜ਼ ਸਿਮੈਟਰੀਕਲ, ਕਿ ਜੇ ਅਸੀਂ ਲਾਈਟ ਦੀ ਡਿਊਲ ਨੇਚਰ ਦੀ ਗੱਲ ਕਰਦੇ ਹਾਂ ਕਿ ਲਾਈਟ ਦੇ ਨਾਲ ਪਾਰਟੀਕਲ ਐਸੋਸੀਏਟਡ ਹੈ, ਕਿ ਲਾਈਟ ਬਿਹੇਵਸ ਐਜ਼ ਪਾਰਟੀਕਲ, ਦੈਨ ਪਾਰਟੀਕਲ ਸ਼ੁੱਡ ਆਲਸੋ ਬਿਹੇਵ ਐਜ਼ ਵੇਵ। ਠੀਕ ਹੈ। ਤਾਂ ਉਸਨੇ ਇਹ ਰੀਜ਼ਨ ਦਿੱਤਾ ਕਿ ਨੇਚਰ ਵਾਜ਼ ਸਿਮੈਟਰੀਕਲ ਅਤੇ ਉਸ 'ਤੇ ਬੇਸਡ ਉਸਨੇ ਇਹ ਦੱਸਿਆ ਕਿ ਜੋ ਮੂਵਿੰਗ ਪਾਰਟੀਕਲਸ ਹੈ ਉਸ ਦੇ ਨਾਲ ਜੋ ਵੇਵ ਐਸੋਸੀਏਟਡ ਹੈ ਉਸ ਦੀ ਵੇਵਲੈਂਥ ਕਿੰਨੀ ਹੋਏਗੀ ਇਨ ਟਰਮਸ ਆਫ ਮੋਮੈਂਟਮ ਆਫ ਪਾਰਟੀਕਲ। ਤਾਂ ਉਸਨੇ ਲੈਮਡਾ ਦਾ ਐਕਸਪ੍ਰੈਸ਼ਨ ਵੀ ਸਾਨੂੰ ਦਿੱਤਾ ਕਿ ਲੈਮਡਾ ਇਜ਼ ਇਕੁਅਲ ਟੂ ਐਚ ਅਪੋਨ ਪੀ, ਵੇਅਰ ਪੀ ਇਜ਼ ਮੋਮੈਂਟਮ। ਪੀ ਨੂੰ ਅਸੀਂ ਲਿਖ ਸਕਦੇ ਹਾਂ ਐਮ ਇੰਟੂ ਵੀ, ਵੇਅਰ ਐਮ ਇਜ਼ ਮਾਸ ਆਫ ਪਾਰਟੀਕਲ ਐਂਡ ਵੀ ਇਜ਼ ਇਟਸ ਸਪੀਡ। ਅਤੇ ਲੈਮਡਾ ਨੂੰ ਕੀ ਕਿਹਾ ਜਾਂਦਾ ਹੈ? ਲੈਮਡਾ ਆਫ ਜੋ ਇਹ ਵੇਵਸ ਹੈ ਇਹਨਾਂ ਨੂੰ ਮੈਟਰ ਵੇਵਸ ਕਿਹਾ ਜਾਂਦਾ ਹੈ, ਕਿਉਂਕਿ ਇਹ ਮੈਟਰ ਦੇ ਨਾਲ ਐਸੋਸੀਏਟਡ ਹੈ। ਤਾਂ ਇਟਸ ਕਾਲਡ ਮੈਟਰ ਵੇਵ। ਲੈਮਡਾ ਇਜ਼ ਵੇਵਲੈਂਥ ਆਫ ਮੈਟਰ ਵੇਵ। ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? ਡੀ ਬਰੋਏ ਵੇਵਲੈਂਥ। ਵੇਅਰ ਐਚ ਇਜ਼ ਪਲੈਂਕਸ ਕੌਂਸਟੈਂਟ। ਹੁਣ ਪਲੈਂਕਸ ਕੌਂਸਟੈਂਟ ਦੀ ਵੈਲਿਊ ਤੁਹਾਨੂੰ ਪਤਾ ਹੈ ਜੀ, 6.6 ਇੰਟੂ 10⁻34 ਇਨ SI ਸਿਸਟਮ ਮੀਨਸ ਜੋ ਇਸ ਦਾ ਯੂਨਿਟ ਹੈ ਜਾਊਲ ਸੈਕਿੰਡ। ਜੇ ਇਸ ਹਾਈਪੋਥਸਿਸ ਨੂੰ ਟੈਸਟ ਕਰਨਾ ਹੈ ਤਾਂ ਫਿਰ ਇਸ ਨੂੰ ਐਕਸਪੈਰੀਮੈਂਟਲੀ ਟੈਸਟ ਕੀਤਾ ਜਾ ਸਕਦਾ ਹੈ। ਠੀਕ ਹੈ। ਉਸ ਐਕਸਪੈਰੀਮੈਂਟ ਨੂੰ ਅਸੀਂ ਇਸ ਚੈਪਟਰ ਦੇ ਬਿਲਕੁਲ ਐਂਡ 'ਤੇ ਡਿਸਕਸ ਕਰਾਂਗੇ। ਬਟ ਇੱਕ ਬੜਾ ਇੰਟਰਸਟਿੰਗ ਇੱਕ ਹੋਰ ਫੈਕਟ ਹੈ ਕਿ ਜੇ ਅਸੀਂ ਇਸ ਨੂੰ ਫੋਟੋਨ ਦੇ ਉੱਪਰ ਅਪਲਾਈ ਕਰੀਏ, ਕਿਉਂਕਿ ਫੋਟੋਨ ਹੁਣ ਅਸੀਂ ਆਲਰੇਡੀ ਪ੍ਰੂਵ ਕਰ ਚੁੱਕੇ ਹਾਂ ਕਿ ਲਾਈਟ ਬਿਹੇਵਸ ਐਜ਼ ਫੋਟੋਨ। ਜੇ ਅਸੀਂ ਇਸ ਨੂੰ ਫੋਟੋਨ ਦੇ ਉੱਪਰ ਅਪਲਾਈ ਕਰੀਏ ਤਾਂ ਫੋਟੋਨ ਦਾ ਮੋਮੈਂਟਮ ਅਸੀਂ ਲਾਸਟ ਸੈਕਸ਼ਨ ਦੇ ਵਿੱਚ ਦੱਸਿਆ ਹੈ ਕਿ P ਇਜ਼ ਇਕੁਅਲ ਟੂ H ਨਿਊ ਓਵਰ C। ਤਾਂ ਜੇ ਇੱਥੋਂ H ਓਵਰ P ਦੀ ਵੈਲਿਊ ਫਾਈਂਡ ਕਰੀਏ ਤਾਂ H ਓਵਰ P ਕਿਸ ਦੇ ਇਕੁਅਲ ਹੋ ਜਾਏਗਾ? C ਡਿਵਾਈਡਡ ਬਾਏ ਨਿਊ। ਠੀਕ ਹੈ। ਤਾਂ C ਡਿਵਾਈਡਡ ਬਾਏ ਨਿਊ ਕਿਸ ਦੇ ਇਕੁਅਲ ਹੁੰਦਾ? ਲੈਮਡਾ ਦੇ। ਤਾਂ ਲੈਮਡਾ ਕਿਸ ਦੇ ਇਕੁਅਲ ਹੋ ਜਾਂਦਾ? H ਬਾਏ P। ਡੀ ਬਰੋਏ ਵੀ ਇਹੀ ਕਹਿ ਰਿਹਾ ਕਿ ਲੈਮਡਾ ਇਜ਼ ਇਕੁਅਲ ਟੂ H ਓਵਰ P। ਤਾਂ ਇਹੀ ਅਸੀਂ ਜੇ ਫੋਟੋਨ ਦੇ ਉੱਪਰ ਅਪਲਾਈ ਕਰੀਏ ਤਾਂ ਫੋਟੋਨ ਦੇ ਲਈ ਵੀ ਸੇਮ ਐਕਸਪ੍ਰੈਸ਼ਨ ਸਾਨੂੰ ਮਿਲ ਰਿਹਾ। ਡਿਫਰੈਂਸ ਕੀ ਹੈ ਕਿ ਜਦੋਂ ਅਸੀਂ ਫੋਟੋਨ ਦੇ ਉੱਪਰ ਅਪਲਾਈ ਕਰਾਂਗੇ ਤਾਂ ਜੋ ਸਪੀਡ ਹੈ ਦੈਟ ਇਜ਼ ਸਪੀਡ ਆਫ ਲਾਈਟ, ਅਤੇ ਜਦੋਂ ਅਸੀਂ ਮਟੀਰੀਅਲ ਪਾਰਟੀਕਲ ਦੇ ਉੱਪਰ ਅਪਲਾਈ ਕਰਦੇ ਹਾਂ ਤਾਂ ਜੋ ਉੱਥੇ ਸਪੀਡ ਆਏਗੀ ਉਹ ਸਪੀਡ ਹੋਏਗੀ ਮੱਚ ਲੈਸ ਦੈਨ ਸਪੀਡ ਆਫ ਲਾਈਟ। ਉਸ ਸਪੀਡ ਦੀ ਸਪੀਡ ਆਫ ਪਾਰਟੀਕਲ ਹੋਏਗੀ। ਹੁਣ ਇੱਕ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਜੇ ਵੇਵ ਐਸੋਸੀਏਟਡ ਹੈ ਮਟੀਰੀਅਲ ਪਾਰਟੀਕਲਸ ਦੇ ਨਾਲ ਤਾਂ ਉਹ ਵੇਵ ਸਾਨੂੰ ਵਿਜ਼ੀਬਲ ਕਿਉਂ ਨਹੀਂ ਹੈ? ਚਲੋ ਇੱਕ ਇੱਥੇ ਐਗਜ਼ਾਮਪਲ ਲੈਂਦੇ ਹਾਂ। ਵੈਸੇ ਤਾਂ ਸਾਨੂੰ ਕਲੀਅਰ ਹੋ ਹੀ ਰਿਹਾ ਕਿ ਲੈਮਡਾ ਜੋ ਹੈ ਉਹ ਐਮ ਦੇ ਰੈਸੀਪ੍ਰੋਕਲ ਹੈ। ਤਾਂ ਹੈਵੀਅਰ ਇਜ਼ ਦਾ ਪਾਰਟੀਕਲ, ਲੈਸਰ ਇਜ਼ ਦਾ ਵੇਵਲੈਂਥ। ਅਸੀਂ ਇੱਥੇ ਇੱਕ ਐਗਜ਼ਾਮਪਲ ਲੈ ਰਹੇ ਹਾਂ। ਸਪੋਜ਼ ਕਰੋ ਕਿ ਇੱਕ ਬੋਲ ਹੈ ਜਿਸ ਦਾ ਮਾਸ 0.12 ਕਿਲੋਗ੍ਰਾਮ ਹੈ ਅਤੇ ਜੋ 20 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਦੇ ਨਾਲ
मूव कर रही है। जे असी m की ए वाली वैल्यू तो v की ए वाली वैल्यू पुट करिए h की वैल्यू तो सानू पता ही है ना, तो कितना आंसर आएगा जी। तो जो असीं ये वैल्यूज़ पुट करते हैं p इज़ इक्वल टू एम वी कैलकुलेट करते हैं, उसका मोमेंटम 2.4 तो लैमडा इज़ इक्वल टू h बाय p करते हैं, h की वैल्यू पुट करती p की वैल्यू पुट करती तो साढ़े को वैल्यू आ रही है 2.76 इंटू 10⁻34 मीटर, विच इज़ वेरी स्मॉल। दिस वेवलेंथ इज़ सो स्मॉल दैट इट इज़ बियॉन्ड एनी मेजरमेंट, कि इसनों तो मेजर करना ही संभव नहीं है। तो इसलिए असी मैक्रोस्कोपिक ऑब्जेक्ट्स जो है जो डेली लाइफ ਦੇ ਵਿੱਚ ऑब्जेक्ट्स की ਅਸੀਂ ਗੱਲ ਕਰਦੇ ਹਾਂ, दे डू नॉट शो वेव लाइक प्रॉपर्टीज़, तो उन्होंने वेव लाइक प्रॉपर्टीज़ नहीं होंदियां। तो इसलिए असी सब एटॉमिक पार्टिकल्स की गल करांगे, जिस तरह इलैक्ट्रॉन है, प्रोटोन है, अल्फा पार्टिकल है, ठीक है। तो जे असी इलैक्ट्रॉन की गल करते हैं जिसका मास m है, चार्ज E है, ठीक है, उसनों असी एक्सलरेट करिए थ्रू द पोटेंशियल डिफरेंस V, मतलब एक साइड पर पॉजिटिव पोटेंशियल अप्लाई करिए, दूसरी साइड पर नैगेटिव पोटेंशियल अप्लाई करिए, तो पोटेंशियल डिफरेंस V होवे तो इलैक्ट्रॉन किस साइड वाल मूव करेगा, पॉजिटिव साइड वाल, ठीक है। तो उसके उपर कितना वर्क डन होएगा, वर्क डन होंदा चार्ज मल्टीप्लाइड बाय पोटेंशियल डिफरेंस, तो चार्ज हो गया जी E तो पोटेंशियल डिफरेंस इज़ V, तो इन्ना वर्क डन हो गया। तो वर्क डन विल अपीयर इन द फॉर्म ऑफ कनेटिक एनर्जी, तो कनेटिक एनर्जी हो जाएगी E इंटू V चार्ज मल्टीप्लाइड बाय पोटेंशियल डिफरेंस, ठीक है। तो हुण असीं इस एक्सप्रैशन नूं वेवलेंथ दे एक्सप्रैशन नूं कनेटिक एनर्जी की फॉर्म दे विच लैके आवांगे। कनेटिक एनर्जी किस दे इक्वल हुंदी है 1/2 mv², ठीक है। जे असीं इसनूं m नाल मल्टीप्लाई कर दईए, देखो इसनूं लिख दईए 1/2 m² v² ते ओवर m, मतलब एक m नाल उपर मल्टीप्लाई करता, एक नाल नीचे मल्टीप्लाई करता, तो mv ये बन जाता जी p मोमेंटम, तो इसनूं p² ओवर 2m लिख सकते हैं। तो कनेटिक एनर्जी किस दे इक्वल होगी p² ओवर 2m, तो p किस दे इक्वल हो गया जी, इसनूं 2m नूं k नाल मल्टीप्लाई कर दिओ, 2mk उसका स्क्वायर रूट, ठीक है। कनेटिक एनर्जी असीं कैलकुलेट की है EV, तो उसकी वैल्यू पुट कर दिंदे हैं। तो मोमेंटम की वैल्यू आ गई जी 2meV, मतलब असीं जे इलैक्ट्रॉन की गल कर रहे हैं, इलैक्ट्रॉन नूं एक्सलरेट कर रहे हैं, तो मोमेंटम नूं असीं पोटेंशियल डिफरेंस दी टर्म्स दे विच लैके आ रहे हैं। तो लैमडा किस दे इक्वल हो जाएगा h/p, p की वैल्यू पुट कर दिंदे हैं जी 2meV। सारियां वैल्यूज इस दे विच कॉन्सटेंट है जी एक्सैप्ट V। h प्लैंक्स कॉन्सटेंट है, m इज़ मास ऑफ इलैक्ट्रॉन, E इज़ चार्ज ऑफ इलैक्ट्रॉन। जे ये वैल्यूज पुट करिए, ठीक है, तो इसनूं नैनोमीटर दे विच कैलकुलेट करिए तो लैमडा की वैल्यू आ जाती है 1.227 ओवर √V नैनोमीटर। जे असीं इसनूं एक रैंडम वैल्यू लईए 120 वोल्ट, चलो असीं 120 वोल्ट ते एक्सलरेट कर रहे हैं इलैक्ट्रॉन नूं, ठीक है, कोई वैल्यू ज्यूम करके देखिए तो लैमडा की वैल्यू आ जाती है 0.112 नैनोमीटर, ठीक है। नैनोमीटर दे विच आ रही है तो असीं इसनूं मेजर कर सकते हैं, नॉट बियॉन्ड आर मेजरमेंट, ठीक है। तो इन्नी कोई वैल्यू है जिन्नी कोई स्पेसिंग होंदी है बिटवीन द एटॉमिक प्लेट्स ऑफ क्रिस्टल। असीं कोई सॉलिड सबसटेंस लेने हैं, क्रिस्टलाइन सबसटेंस लेने हैं, तो उनके प्लेन्स दे विच जो स्पेसिंग है वो भी इसे ऑर्डर की होंदी है, नैनोमीटर के ऑर्डर की या एंगस्ट्रॉम के ऑर्डर की। तो इसनूं असीं बड़ी ईजीली वैरीफाई कर सकते हैं। तो ये तुसीं पिक्चर दे विच देख रहे हो जी लुइस विक्टर डी ब्रॉय, जो कि एक फ्रेंच साइंटिस्ट सी, जिसने कि रेवोल्यूशनरी आइडिया दिता वेव नेचर ऑफ मैटर का। तो इस वेव नेचर नूं फिर डिवेलप किया एरविन शर्डिंगर ने, ठीक है, इनटू द फुल फ्लैज्ड थ्योरी ऑफ क्वांटम मैकेनिक्स इन कॉमनली नोन एज वेव मैकेनिक्स। जो डी ब्रॉय ने मैटर वेव्स फाइंड कीतियां, तो इस डिस्कवरी लई डी ब्रॉय नूं 1929 दे विच नोबल प्राइज़ इन फिजिक्स विच इज़ द हाईएस्ट अवार्ड इन द फील्ड ऑफ साइंस भी मिलिया। इस एक्सप्रैशन नूं याद रखिया जे, जो असीं ये एक्सप्रैशन फाइंड किया है इसनूं अगे जाके असीं फिर यूज़ करांगे। तो नैक्सट इस दे विच एक टॉपिक है जी डेविसन एंड जर्मर एक्सपैरीमेंट, जो कि इस साल के सिलेबस दे विच नहीं है, ठीक है, इसनूं करंट ईयर लिए डिलीट कर दिता गया है। आप शॉर्ट दे विच फिर भी समझने की कोशिश करते हैं क्योंकि बहुत इंपॉर्टेंट है जो एक्सपैरीमेंट है। तो एक्सपैरीमेंट की दस रहा सानूं, ठीक है। तो जे तुहानूं फिर भी इस दे विच क्यूरियोसिटी है इलैक्ट्रॉन दे वेव नेचर नूं समझण दे विच, जो डी ब्रॉय ने हाईपोथेसिस दिता है, तो उस दे लई मैं ये एक्सप्लेन कर रहा। इट्स ऑप्शनल फॉर यू कि तुसीं इसनूं करना है या नहीं करना, इट्स अप टू यू, ठीक है। तो वेव नेचर ऑफ इलैक्ट्रॉन्स वॉज फर्स्ट एक्सपेरिमेंटली वेरीफाइड बाय डेविसन एंड जर्मर इन 1927 एंड आफ्टर दैट थॉमसन G.P. थॉमसन इन 1928। तो इन्होंने की किया जी कि एक
ਐਕਸਪੈਰੀਮੈਂਟ ਕੀਤਾ ਜਿਸ ਦੇ ਵਿੱਚ ਡਾਈਫਰੈਕਸ਼ਨ ਇਫੈਕਟਸ ਓਬਜ਼ਰਵ ਕੀਤੇ ਇਲੈਕਟ੍ਰੋਨਸ ਦੇ, ਜੋ ਕਿ ਕ੍ਰਿਸਟਲਸ ਦੁਆਰਾ ਸਕੈਟਰਡ ਸੀ। ਕਿ ਇਲੈਕਟ੍ਰੋਨ ਦੀ ਬੀਮ ਨੂੰ ਕ੍ਰਿਸਟਲਸ ਦੇ ਉੱਪਰ ਸਟ੍ਰਾਈਕ ਕਰਵਾਇਆ, ਇੱਕ ਕ੍ਰਿਸਟਲ ਪਿਆ ਜੀ ਨਿਕਲ ਦਾ, ਇਸ ਦੇ ਉੱਪਰ ਇਲੈਕਟ੍ਰੋਨ ਦੀ ਬੀਮ ਸਟ੍ਰਾਈਕ ਕਰ ਰਹੀ ਹੈ ਤਾਂ ਸਕੈਟਰ ਕਰ ਰਹੀ ਹੈ ਇਨ ਆਲ ਦਾ ਡਾਇਰੈਕਸ਼ਨਸ। ਜਿਸ ਤਰ੍ਹਾਂ ਅਸੀਂ ਡਾਈਫਰੈਕਸ਼ਨ ਓਬਜ਼ਰਵ ਕਰਦੇ ਹੁੰਦੇ ਹਾਂ, ਤਾਂ ਇੱਕ ਡਾਈਫਰੈਕਸ਼ਨ ਪੀਕ ਓਬਜ਼ਰਵ ਕੀਤੀ ਗਈ। ਇੱਥੇ ਇੱਕ ਡਿਟੈਕਟਰ ਪਲੇਸ ਕੀਤਾ ਜੋ ਕਿ ਇਲੈਕਟ੍ਰੋਨਸ ਨੂੰ ਕੈਪਚਰ ਕਰ ਰਿਹਾ ਅਤੇ ਕਰੰਟ ਨੋਟ ਕਰ ਰਿਹਾ। ਠੀਕ ਹੈ, ਅਤੇ 1937 ਦੇ ਵਿੱਚ ਡੇਵਿਸਨ ਅਤੇ ਥੋਮਸਨ ਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ, ਜੋ ਕਿ ਉਹਨਾਂ ਨੇ ਸ਼ੇਅਰ ਕੀਤਾ ਫॉर ਦਾ ਐਕਸਪੈਰੀਮੈਂਟਲ ਡਿਸਕਵਰੀ ਆਫ ਡਾਈਫਰੈਕਸ਼ਨ ਆਫ ਇਲੈਕਟ੍ਰੋਨਸ ਬਾਏ ਕ੍ਰਿਸਟਲ। ਤਾਂ ਇਸ ਐਕਸਪੈਰੀਮੈਂਟ ਦੇ ਵਿੱਚ ਕੀ ਕੀਤਾ ਗਿਆ ਹੈ ਕਿ ਇੱਕ ਫਿਲਾਮੈਂਟ ਲਿਆ ਗਿਆ। ਫਿਲਾਮੈਂਟ ਮਤਲਬ ਇੱਕ ਇਲੈਕਟ੍ਰੋਨ ਗਨ ਹੈ ਜੋ ਕਿ ਇਲੈਕਟ੍ਰੋਨਸ ਨੂੰ ਐਮਿਟ ਕਰ ਰਹੀ ਹੈ। ਉਸ ਨੂੰ LT ਮਤਲਬ ਲੋ ਟੈਂਸ਼ਨ ਪਾਵਰ ਸਪਲਾਈ ਦੇ ਨਾਲ ਲਗਾਇਆ ਗਿਆ। ਲੋ ਟੈਂਸ਼ਨ ਪਾਵਰ ਸਪਲਾਈ ਇਸ ਨੂੰ ਹੀਟ ਕਰ ਰਹੀ ਹੈ ਅਤੇ ਇਸ ਦੇ ਵਿੱਚੋਂ ਇਲੈਕਟ੍ਰੋਨਸ ਐਮਿਟ ਕਰ ਰਹੀ ਹੈ। ਫਿਲਾਮੈਂਟ ਕਾਹਦਾ ਬਣਿਆ ਜੀ? ਦਿਸ ਫਿਲਾਮੈਂਟ ਇਜ਼ ਮੇਡ ਅਪ ਆਫ ਟੰਗਸਟਨ। ਉਸ ਦੇ ਉੱਪਰ ਬੇਰੀਅਮ ਆਕਸਾਈਡ ਦੀ ਕੋਟਿੰਗ ਕੀਤੀ ਗਈ ਹੈ ਅਤੇ ਇਲੈਕਟ੍ਰੋਨਸ ਇਸ ਦੇ ਵਿੱਚੋਂ ਐਮਿਟ ਹੋ ਰਹੇ ਹੈ। ਜਦੋਂ ਐਮਿਟ ਹੋ ਕੇ ਜਾਣਗੇ ਤਾਂ ਉਹਦੇ ਅੱਗੇ ਇੱਕ ਕੋਲੀਮੀਟਰ ਲਗਾਇਆ ਜੀ, ਜੋ ਉਸ ਨੂੰ ਇੱਕ ਬੀਮ ਦੇ ਸਟ੍ਰੇਟ ਬੀਮ ਦੇ ਵਿੱਚ ਫੋਰਮ ਕਰ ਰਿਹਾ, ਅਤੇ ਉਸ ਦੇ ਨਾਲ ਐਕਸਲਰੇਟਿੰਗ ਪੋਟੈਂਸ਼ੀਅਲ ਲਗਾਈ ਹੈ ਕਿ ਅਸੀਂ ਉਸ ਦੇ ਨਾਲ ਪੋਜ਼ਿਟਿਵ ਪੋਟੈਂਸ਼ੀਅਲ ਲਗਾਈ ਹੈ ਜੋ ਉਸ ਨੂੰ ਐਕਸਲਰੇਟ ਕਰ ਰਹੀ ਹੈ। ਠੀਕ ਹੈ, ਅਤੇ ਇਲੈਕਟ੍ਰੋਨਸ ਫਾਸਟ ਹੋ ਜਾਂਦੇ ਆ ਅਤੇ ਕੋਲੀਮੀਟ ਹੋ ਜਾਂਦੇ ਆ। ਇਹ ਸਾਰਾ ਉਸ ਨੂੰ ਕੋਲੀਮੀਟ ਕਰਨ ਦੇ ਲਈ ਆਪਰੇਟਸ ਲਗਾਇਆ ਗਿਆ। ਇੱਕ ਸਿਲੰਡਰੀਕਲ ਪੋਰਸ਼ਨ ਹੈ ਉਸ ਦੇ ਅਰਾਊਂਡ ਲਗਾ ਦਿੱਤਾ ਗਿਆ, ਜਿਸ ਦੇ ਵਿੱਚੋਂ ਇੱਕ ਨੈਰੋ ਹੋਲ ਹੈ ਜਿਸ ਦੇ ਵਿੱਚੋਂ ਇਲੈਕਟ੍ਰੋਨਸ ਜੋ ਹੈ ਪਾਸ ਕਰ ਰਹੇ ਹੈ, ਅਤੇ ਉਹ ਨਿਕਲ ਦੇ ਕ੍ਰਿਸਟਲ ਦੇ ਉੱਪਰ ਸਟ੍ਰਾਈਕ ਕਰਦੇ ਹੈ। ਸਟ੍ਰਾਈਕ ਕਰਕੇ ਅਤੇ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਸਕੈਟਰ ਕਰਦੇ ਹੈ। ਠੀਕ ਹੈ, ਇੱਕ ਮੂਵੇਬਲ ਡਿਟੈਕਟਰ ਹੈ ਜੋ ਕਿ ਮੂਵ ਕਰਦਾ ਹੈ ਇਸ ਤੋਂ ਇਸ ਦੇ ਅਰਾਊਂਡ ਇਲੈਕਟ੍ਰੋਨਸ ਨੂੰ ਕਲੈਕਟ ਕਰਦਾ ਹੈ ਅਤੇ ਉਸ ਦੇ ਨਾਲ ਅਸੀਂ ਕਰੰਟ ਨੋਟ ਕਰਦੇ ਹਾਂ। ਠੀਕ ਹੈ, ਨਾਲ ਗਲਵੈਨੋਮੀਟਰ ਇਸ ਦੇ ਅਟੈਚਡ ਹੈ। ਅਤੇ ਜਦੋਂ ਅਸੀਂ ਇਹਨਾਂ ਇਲੈਕਟ੍ਰੋਨਸ ਨੂੰ ਕਲੈਕਟ ਕਰਦੇ ਹਾਂ ਤਾਂ ਅਸੀਂ ਜੋ ਇਹ ਥੀਟਾ ਹੈ, ਅਸੀਂ ਡਿਫਰੈਂਟ ਐਂਗਲਸ 'ਤੇ ਇਹਨਾਂ ਇਲੈਕਟ੍ਰੋਨਸ ਨੂੰ ਕਲੈਕਟ ਕਰਦੇ ਹਾਂ ਅਤੇ ਡਿਫਰੈਂਟ ਪੋਟੈਂਸ਼ੀਅਲ ਡਿਫਰੈਂਸ ਨਾਲ ਐਕਸਲਰੇਟ ਕਰਦੇ ਹਾਂ। ਠੀਕ ਹੈ, ਤਾਂ ਅਸੀਂ ਕੀ ਓਬਜ਼ਰਵ ਕਰਦੇ ਹਾਂ ਦੇਖੋ, ਅਤੇ ਸਾਡੀਆਂ ਓਬਜ਼ਰਵੇਸ਼ਨ ਸੀਗੀਆਂ 44 ਵੋਲਟ ਤੋਂ ਲੈ ਕੇ 68 ਵੋਲਟ ਤੱਕ। ਤਾਂ ਅਸੀਂ ਇਹ ਦੇਖਿਆ ਕਿ 54 ਵੋਲਟ 'ਤੇ ਸਾਡੇ ਕੋਲ ਇੱਕ ਸਟਰੋਂਗ ਪੀਕ ਆ ਰਹੀ ਹੈ। ਠੀਕ ਹੈ, ਤਾਂ ਅਸੀਂ ਗ੍ਰਾਫ ਪਲੋਟ ਕੀਤਾ ਇੱਕ ਇੰਟੈਂਸਿਟੀ ਅਤੇ ਪੋਟੈਂਸ਼ੀਅਲ ਡਿਫਰੈਂਸ ਦੇ ਵਿੱਚ, ਅਤੇ ਜੋ ਸਕੈਟਰਿੰਗ ਐਂਗਲ ਸੀ ਥੀਟਾ ਇਜ਼ ਇਕੁਅਲ ਟੂ 50 ਡਿਗਰੀ 'ਤੇ 54 ਵੋਲਟ 'ਤੇ ਜੇ ਅਸੀਂ ਇਹ ਵਾਲੀਆਂ ਸੈਟਿੰਗਸ ਲਈਏ ਤਾਂ ਇੱਥੇ ਸਾਡੇ ਕੋਲ ਇੱਕ ਸਟਰੋਂਗ ਪੀਕ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਉਹ ਸਟਰੋਂਗ ਪੀਕ ਕਾਹਦੇ ਲਈ ਸੀ? ਕਿਉਂਕਿ ਉਹ ਕੰਸਟਰਕਟਿਵ ਇੰਟਰਫੀਰੈਂਸ ਸੀ ਇਲੈਕਟ੍ਰੋਨਸ ਦਾ। ਠੀਕ ਹੈ, ਤਾਂ ਹੁਣ ਇੰਟਰਫੀਰੈਂਸ ਤਾਂ ਤੁਸੀਂ ਆਪ ਸਮਝ ਸਕਦੇ ਹੋ ਨਾ ਕਿ ਵੇਵਸ ਦੇ ਵਿੱਚ ਅਸੀਂ ਇਹ ਫਿਨੋਮੀਨਾ ਡਿਸਕਸ ਕਰਦੇ ਹਾਂ, ਵੇਵ ਨੇਚਰ ਦੇ ਵਿੱਚ ਡਿਸਕਸ ਕਰਦੇ ਹਾਂ। ਜੇ ਇੰਟਰਫੀਰੈਂਸ ਹੋ ਰਿਹਾ ਹੈ ਇਟ ਮੀਨਸ ਇਲੈਕਟ੍ਰੋਨਸ ਆਰ ਬਿਹੇਵਿੰਗ ਲਾਈਕ ਵੇਵਸ। ਠੀਕ ਹੈ, ਤਾਂ ਜੋ ਪੈਟਰਨ ਬਣ ਰਿਹਾ ਹੈ, ਜੋ ਅਸੀਂ ਡਾਈਫਰੈਕਸ਼ਨ ਪੀਕ ਓਬਜ਼ਰਵ ਕਰ ਰਹੇ ਹਾਂ, ਤਾਂ ਉਹਦੀ ਵੇਵਲੈਂਥ ਜੋ ਅਸੀਂ ਕੈਲਕੂਲੇਟ ਕੀਤੀ ਫਰੋਮ ਦਾ ਕੈਲਕੂਲੇਸ਼ਨਸ ਆਫ ਦਿਸ ਐਕਸਪੈਰੀਮੈਂਟ ਉਹ ਸੀਗੀ 0.165 ਨੈਨੋਮੀਟਰ। ਠੀਕ ਹੈ, ਜੋ ਅਸੀਂ ਐਕਸਪੈਰੀਮੈਂਟਲੀ ਵੇਵਲੈਂਥ ਕੈਲਕੂਲੇਟ ਕੀਤੀ ਆਫ ਇਲੈਕਟ੍ਰੋਨ ਬਿਹੇਵਿੰਗ ਐਜ਼ ਵੇਵਸ। ਹੁਣ ਜੇ ਅਸੀਂ ਡੀ ਬਰੋਗਲੇ ਦੇ ਹਾਈਪੋਥਸਿਸ 'ਤੇ ਆਈਏ, ਜੋ ਕਿ ਇੱਕ ਥਿਓਰੈਟੀਕਲ ਸੀ ਕੌਨਸੈਪਟ, ਬਿਲਕੁਲ ਹਾਈਪੋਥਸਿਸ ਸੀ ਡੀ ਬਰੋਗਲੇ ਦਾ, ਤਾਂ ਉਸ ਦੇ ਅਕੋਰਡਿੰਗ ਲੈਮਡਾ ਇਜ਼ ਇਕੁਅਲ ਟੂ h/p ਹੈ। ਤਾਂ ਲੈਮਡਾ ਕਿਸ ਦੇ ਇਕੁਅਲ ਹੋ ਗਿਆ? h/p। ਅਸੀਂ ਕੈਲਕੂਲੇਟ ਕੀਤਾ ਸੀ 1.227 ਡਿਵਾਈਡਡ ਬਾਈ √v, ਤਾਂ ਕਿ ਸਾਨੂੰ ਸਿਰਫ v ਦੀ ਵੈਲਿਊ ਹੀ ਪੁੱਟ ਕਰਨੀ ਪਵੇ। ਅਸੀਂ ਇਹ ਫਾਰਮੂਲਾ ਪਹਿਲਾਂ ਹੀ ਬਣਾ ਲਿਆ ਸੀ ਨੈਨੋਮੀਟਰ ਦੇ ਵਿੱਚ। ਜੇ ਅਸੀਂ v ਦੀ ਵੈਲਿਊ 54 ਵੋਲਟ ਪੁੱਟ ਕਰਦੇ ਹਾਂ ਇਸ ਐਕਸਪੈਰੀਮੈਂਟ ਤੋਂ ਐਕਸਲਰੇਟਿੰਗ ਪੋਟੈਂਸ਼ੀਅਲ ਲੈ ਕੇ, ਤਾਂ 54 ਦੇ ਅਕੋਰਡਿੰਗ ਇਸ ਦੀ ਵੈਲਿਊ ਆਉਂਦੀ ਹੈ 0.167 ਨੈਨੋਮੀਟਰ, ਵਿਚ ਇਜ਼ ਇਨ ਸਟਰੋਂਗ ਐਗਰੀਮੈਂਟ ਵਿਦ ਦ ਐਕਸਪੈਰੀਮੈਂਟਲ ਵੈਲਿਊਜ਼। ਤਾਂ ਜੋ ਡੇਵਿਸਨ ਅਤੇ ਜਰਮਰ ਨੇ ਜੋ ਐਕਸਪੈਰੀਮੈਂਟ ਕੀਤਾ ਅਤੇ ਉਸ 'ਤੇ ਬੇਸਡ ਵੇਵਲੈਂਥ ਫਾਈਂਡ ਕੀਤੀ, ਅਤੇ ਜੋ ਡੀ ਬਰੋਏ ਨੇ ਵੇਵਲੈਂਥ ਫਾਈਂਡ ਕੀਤੀ ਥਿਓਰੈਟੀਕਲੀ, ਉਹ ਮੈਚ ਕਰ ਰਹੀਆਂ ਸੀ। ਤਾਂ ਡੀ ਬਰੋਏ ਦਾ ਜੋ ਮੈਟਰ ਵੇਵ ਸੀ ਉਸ ਨੂੰ ਪ੍ਰੂਵ ਕੀਤਾ ਐਕਸਪੈਰੀਮੈਂਟਲੀ ਡੇਵਿਸਨ ਅਤੇ ਜਰਮਰ ਨੇ। ਠੀਕ ਹੈ, ਜੋ ਰੀਸੈਂਟ ਜੇ ਅਸੀਂ ਐਕਸਪੈਰੀਮੈਂਟਸ ਦੀ ਗੱਲ ਕਰੀਏ ਤਾਂ 1989 ਦੇ ਵਿੱਚ ਇੱਕ ਐਕਸਪੈਰੀਮੈਂਟ ਹੋਇਆ ਜਿਸ ਦੇ ਵਿੱਚ ਕਿ ਇਲੈਕਟ੍ਰੋਨਸ ਨੂੰ ਯੂਜ਼ ਕਰਕੇ ਡਬਲ ਸਲਿਟ ਐਕਸਪੈਰੀਮੈਂਟ ਕੀਤਾ ਗਿਆ। ਜਿਸ ਤਰ੍ਹਾਂ ਅਸੀਂ ਯੰਗਸ ਡਬਲ ਸਲਿਟ ਐਕਸਪੈਰੀਮੈਂਟ ਕਰਦੇ ਹਾਂ ਅਤੇ ਇੰਟਰਫੀਰੈਂਸ ਪੈਟਰਨ ਓਬਜ਼ਰਵ ਕੀਤਾ ਗਿਆ। ਠੀਕ ਹੈ, 1994 ਦੇ ਵਿੱਚ ਆਇਓਡੀਨ ਮੋਲੀਕਿਊਲਸ ਨੂੰ ਲੈ ਕੇ ਇੱਕ ਐਕਸਪੈਰੀਮੈਂਟ ਕੀਤਾ ਗਿਆ ਜਿਸ 'ਤੇ ਬੇਸਡ ਉਹਨਾਂ ਨੇ ਇੰਟਰਫੀਰੈਂਸ ਫਰਿੰਜਸ ਫੋਰਮ ਕੀਤੀਆਂ। ਹੁਣ ਆਇਓਡੀਨ ਮੋਲੀਕਿਊਲ ਦਾ ਸਾਈਜ਼ ਤਾਂ ਬਹੁਤ ਜ਼ਿਆਦਾ ਨਾ ਐਜ਼ ਕੰਪੇਅਰ ਟੂ ਇਲੈਕਟ੍ਰੋਨਸ। ਅਸੀਂ ਤਾਂ ਪਹਿਲਾਂ ਸਮੋਲ ਪਾਰਟੀਕਲਸ ਦੀ ਗੱਲ ਕਰ ਰਹੇ ਸੀ,
ਆਇਓਡੀਨ ਦੇ ਮੋਲੀਕਿਊਲ ਦਾ ਸਾਈਜ਼ ਦਾ ਮਿਲੀਅਨ ਟਾਈਮਸ ਇਟ ਇਜ਼ ਮੋਰ ਮੈਸਿਵ ਦੈਨ ਦ ਇਲੈਕਟ੍ਰੋਨਸ। ਤਾਂ ਫਿਰ ਇਹ ਜੋ ਡੀ ਬਰੋਗਲੀ ਦਾ ਹਾਈਪੋਥਸਿਸ ਸੀ that is the basic to the development of modern quantum mechanics। ਤੇ ਇਸ ਨੇ ਸਾਨੂੰ ਇੱਕ ਨਿਊ ਵੇ ਦਿੱਤਾ ਕਿ ਇਲੈਕਟ੍ਰੋਨਸ ਔਰ ਦੀਜ਼ ਪਾਰਟੀਕਲਸ ਆਰ ਬਿਹੇਵਿੰਗ ਲਾਈਕ ਵੇਵਸ, ਤੇ ਉਸ 'ਤੇ ਬੇਸਡ ਇੱਕ ਮਾਈਕਰੋਸਕੋਪ ਡਿਜ਼ਾਈਨ ਕੀਤੀ ਗਈ ਜਿਸ ਨੂੰ ਕਿਹਾ ਜਾਂਦਾ ਹੈ ਇਲੈਕਟ੍ਰੋਨ ਮਾਈਕਰੋਸਕੋਪ, ਜੋ ਕਿ ਅੱਜ ਦੀ ਸਭ ਤੋਂ ਪਾਵਰਫੁਲ ਮਾਈਕਰੋਸਕੋਪ ਹੈ ਵਿਦ ਹਾਇਰ ਰੈਜ਼ੋਲਿਊਸ਼ਨਸ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਜੋ ਮੈਟਰ ਵੇਵਸ ਹੈ ਉਹਨਾਂ ਨੂੰ ਪ੍ਰੂਵ ਕੀਤਾ ਗਿਆ। ਡੇਵਿਸਨ ਐਂਡ ਜਰਮਰ ਨੇ ਇਹ ਸਟਾਰਟਿੰਗ ਕੀਤੀ ਸੀ, ਲੇਟਰ ਔਨ ਦੈਨ ਥੋਮਸਨ, ਤੋਂ ਉਸ ਤੋਂ ਬਾਅਦ ਵਿੱਚ ਤਾਂ ਬਹੁਤ ਹੀ ਐਕਸਪੈਰੀਮੈਂਟ ਹੋਏ ਜੀ। ਤਾਂ ਆਈ ਹੋਪ ਕਿ ਤੁਹਾਨੂੰ ਇਹ ਮੈਟਰ ਵੇਵਸ ਦਾ ਜੋ ਟੌਪਿਕ ਹੈ ਉਹ ਸਮਝ ਲੱਗ ਗਿਆ ਹੋਏਗਾ। ਹਾਂ, ਡੇਵਿਸਨ ਐਂਡ ਜਰਮਰ ਵਾਲਾ ਪਾਰਟ ਜਿਹੜਾ ਸਿਲੇਬਸ ਦੇ ਵਿੱਚ ਨਹੀਂ ਹੈ, ਯੂ ਕੈਨ ਸਕਿਪ ਦਿਸ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।